ਹੁਣ ਸਮਾਂ ਹੈ ਗੁਰਮਤਿ ਵਿਚਾਰ ਦਾ। ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂਦੇਵ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਗ ਆਸਾ ਦੇ ਅੰਦਰ ਦਰਜ ਹੋਇਆ ਹੈ। ਸ਼ਬਦ ਦੇ ਉਚਾਰਨ ਕਰਤਾ ਹਨ ਭਗਤ ਧੰਨਾ ਜੀ ਮਹਾਰਾਜ। 4 ਪਦਿਆਂ ਦਾ ਇਹ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਅੰਕ 487 ਦੇ ਉੱਪਰ ਦਰਜ ਹੈ। ਭਗਤ ਧੰਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੋਈ। ਇਸ ਦਾ ਮਾਇਨਾ ਇਹ ਹੈ ਕਿ ਬਾਣੀ ਦਾ ਜੋ ਫਲਸਫਾ ਹੈ, ਸਿਧਾਂਤ ਹੈ, ਵਿਚਾਰ ਹੈ, ਬਾਕੀ ਸਮਗਰ ਬਾਣੀ ਦੇ ਨਾਲ ਮੇਲ ਖਾਂਦੀ ਹੈ। ਇਸੇ ਲਈ ਇਹ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਦਰਜ ਹੋਈ ਹੈ। ਭਗਤ ਧੰਨਾ ਜੀ ਬਾਰੇ ਪ੍ਰਾਪਤ ਜਾਣਕਾਰੀ ਇਹ ਦੱਸਦੀ ਹੈ ਕਿ ਆਪ ਜੀ ਰਾਜਸਥਾਨ ਦੇ ਇਲਾਕੇ ਦੇ ਰਹਿਣ ਵਾਲੇ ਸਨ। ਖੇਤੀਬਾੜੀ ਕਰਨ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਕਮਾਲ ਦੀ ਗੱਲ ਵੇਖੋ ਸਾਧ ਸੰਗਤ, ਗਿਆਨ ਹੈ ਨਾ ਜਿਹੜਾ ਆਤਮਿਕ ਗਿਆਨ, ਇਹਦਾ ਸੰਬੰਧ ਨਾ ਤੇ ਦੁਨਿਆਵੀ ਕਿਤਾਬਾਂ ਨਾਲ ਤੇ ਨਾ ਹੀ ਬਾਹਰਲੀ ਪਾਠਸ਼ਾਲਾ ਦੇ ਨਾਲ ਹੈ। ਇੱਥੇ ਆਤਮਿਕ ਗਿਆਨ ਦੀਆਂ ਉੱਚੀਆਂ ਉਡਾਰੀਆਂ ਚਮੜੇ ਦਾ ਕੰਮ ਕਰਨ ਵਾਲੇ ਬਾਬਾ ਰਵਿਦਾਸ ਜੀ ਵੀ ਲਾ ਰਹੇ ਨੇ। ਇੱਥੇ ਆਤਮਿਕ ਗਿਆਨ ਦੀਆਂ ਉੱਚੀਆਂ ਉਡਾਰੀਆਂ ਖੇਤੀਬਾੜੀ ਕਰਨ ਵਾਲੇ ਭਗਤ ਧੰਨਾ ਜੀ ਵੀ ਲਾ ਰਹੇ ਨੇ। ਬੁੱਤੀਆਂ ਕੱਢਣ ਵਾਲੇ ਭਗਤ ਸੈਣ ਜੀ, ਉਹ ਵੀ ਇਹਨਾਂ ਹੀ ਉੱਚੇ ਖਿਆਲਾਂ ਦੇ ਉਡਾਰ ਹਨ। ਸ਼ੇਖ ਫਰੀਦ ਜੀ, ਉਹ ਵੀ ਇਹਨਾਂ ਹੀ ਉੱਚੇ ਖਿਆਲਾਂ ਦੇ ਉਡਾਰ ਹਨ। ਬਾਬਾ ਨਾਮਦੇਵ ਜੀ ਜਿਨ੍ਹਾਂ ਦਾ ਕੰਮ ਕੱਪੜੇ ਦਾ ਹੈ, ਬਾਬਾ ਕਬੀਰ ਜੀ ਜਿਨ੍ਹਾਂ ਦਾ ਕੰਮ ਤਾਣੇ ਦਾ ਹੈ, ਇਹ ਸਾਰੇ ਹੀ ਉਹ ਮਹਾਂਪੁਰਖ ਹਨ ਜਿਹੜੇ ਉਸ ਵੇਲੇ ਦੀ ਕਿਸੇ ਵੱਡੀ ਯੂਨੀਵਰਸਿਟੀ ਦੇ ਸਟੂਡੈਂਟ ਨਹੀਂ ਹਨਗੇ। ਇਹਨਾਂ ਨੇ ਵੱਡੇ ਫਲਸਫੇ, ਵੱਡੇ ਗਿਆਨਵਾਨਾਂ ਦੇ ਕੋਲੋਂ, ਉਸ ਵੇਲੇ ਦੇ ਵੱਡੇ ਵਿਦਵਾਨਾਂ ਕੋਲੋਂ ਨਹੀਂ ਪ੍ਰਾਪਤ ਕੀਤੇ। ਹਾਲਾਂਕਿ ਇਹਨਾਂ ਦੇ ਗਿਆਨ ਉੱਪਰ, ਇਹਨਾਂ ਦੀ ਬਾਣੀ ਉੱਪਰ ਡਿਗਰੀਆਂ ਹੋ ਰਹੀਆਂ ਨੇ, ਖੋਜਾਂ ਹੋ ਰਹੀਆਂ ਨੇ, ਥੀਸਿਸ ਲਿਖੇ ਜਾ ਰਹੇ ਨੇ। ਸੋ ਨੁਕਤਾ ਆਪ ਜੀ ਨੇ ਸਮਝਣਾ, ਜੋ ਆਤਮਿਕ ਗਿਆਨ ਦਾ ਵੱਡਾ ਭੰਡਾਰ ਹੁੰਦਾ ਹੈ ਉਹ ਸਾਨੂੰ ਕਿਸੇ ਵੀ ਸੂਰਤ ਵਿੱਚ ਪ੍ਰਾਪਤ ਹੋ ਸਕਦਾ। ਇਸ ਲਈ ਮਹਾਰਾਜ ਨੇ ਲਿਖਿਆ ਨਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜੀ ਪਰਮ ਗਤੀ ਹੈ, ਮਤਲਬ ਸ੍ਰੇਸ਼ਟ ਉੱਚੀ ਅਵਸਥਾ ਹੈ। ਹਾਂ, ਦੁਨੀਆ ਦੇ ਵਿੱਚ ਚੰਗੇ ਰੁਤਬੇ 'ਤੇ ਜਾਣ ਲਈ ਚੰਗੀ ਐਜੂਕੇਸ਼ਨ ਦਾ ਹੋਣਾ ਜ਼ਰੂਰੀ ਹੈ, ਅਤਿਅੰਤ ਜ਼ਰੂਰੀ ਹੈ। ਤੁਸੀਂ ਕੁਆਲੀਫਾਈ ਕਰਨਾ ਚਾਹੁੰਦੇ ਹੋ ਉਸ ਜੌਬ ਦੇ ਲਈ ਜਿਹਦੇ ਤੁਸੀਂ ਇੱਛੁਕ ਹੋ, ਉਹਦੇ ਲਈ ਓਨਾ ਐਜੂਕੇਟਡ ਹੋਣਾ, ਓਨਾ ਪੜ੍ਹਿਆ ਲਿਖਿਆ ਹੋਣਾ ਅਤਿਅੰਤ ਜ਼ਰੂਰੀ ਹੈ। ਇਹ ਰਿਕੁਆਇਰਮੈਂਟ ਆ। ਤੇ ਇਸੇ ਤਰ੍ਹਾਂ ਜੋ ਆਤਮਿਕ ਉਡਾਰੀ ਹੈ ਉਹਦੀ ਵੀ ਇੱਕ ਰਿਕੁਆਇਰਮੈਂਟ ਆ। ਤੇ ਇਹਦੇ ਲਈ ਸੱਚੇ ਗਿਆਨ ਦੀ ਪ੍ਰਾਪਤੀ ਹੋਣੀ ਅਤਿਅੰਤ ਲਾਜ਼ਮੀ ਹੈ। ਤੇ ਮੈਂ ਇਹ ਸਪਸ਼ਟ ਕਰ ਦਿਆਂ, ਭਗਤ ਧੰਨਾ ਜੀ ਮਹਾਰਾਜ ਦੇ ਨਾਲ ਇੱਕ ਸਾਖੀ ਜੁੜੀ ਹੋਈ ਹੈ ਕਿ ਉਹ ਰੱਬ ਨੂੰ ਪਾਉਣਾ ਚਾਹੁੰਦੇ ਸਨ ਤੇ ਕਿਸੇ ਪੰਡਤ ਨੂੰ ਉਹਨਾਂ ਪੁੱਛਿਆ, ਉਹਨੇ ਕੀ ਕੀਤਾ, ਪੈਸੇ ਲੈ ਕੇ ਤੇ ਇੱਕ ਪੱਥਰ ਦੇ ਦਿੱਤਾ, ਬਈ ਇਹਦੀ ਪੂਜਾ ਕਰਿਆ ਕਰ ਤੇ ਇਹਦੇ ਵਿੱਚੋਂ ਤੈਨੂੰ ਰੱਬ ਮਿਲ ਜਾਏਗਾ। ਤੇ ਫਿਰ ਦੱਸਦੇ ਹਨ ਬਈ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਕੀਤੀ। ਚੇਤਾ ਰੱਖਿਓ ਸਾਧ ਸੰਗਤ, ਇਹ ਕਹਾਣੀ ਉਹਨਾਂ ਲੋਕਾਂ ਵੱਲੋਂ ਹੀ ਘੜੀ ਗਈ ਹੈ ਜਿਹੜੇ ਸਮਾਜ ਦੇ ਲੋਕਾਂ ਨੂੰ ਪੱਥਰ ਦੀ ਪੂਜਾ ਤੱਕ ਹੀ ਸੀਮਿਤ ਕਰਨਾ ਚਾਹੁੰਦੇ ਹਨ, ਜਿਹੜੇ ਆਪਣੇ ਬਣਾਏ ਹੋਏ ਭਰਮ ਜਾਲ ਦੇ ਵਿੱਚੋਂ ਦੁਨੀਆ ਨੂੰ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦੇ। ਮਹਾਂਪੁਰਖਾਂ ਦੇ ਨਾਲ ਇਹ ਸਾਖੀਆਂ ਕਿਉਂ ਜੁੜਦੀਆਂ ਨੇ, ਸਮਝਣਾ ਆਪ ਜੀਆਂ ਨੇ।
ਇਹ ਮਹਾਂਪੁਰਖ ਉਹ ਮਹਾਂਪੁਰਖ ਨੇ ਬਾਣੀਕਾਰ ਜਿਨ੍ਹਾਂ ਕੋਲ ਇੰਨੀ ਵੱਡੀ ਆਤਮਿਕ ਉੱਚਤਾ ਸੀ, ਇੰਨਾ ਵੱਡਾ ਗਿਆਨ ਸੀ, ਜਿਹਦੀ ਘਾਟ ਉਸ ਵੇਲੇ ਦੇ ਪੜ੍ਹੇ ਲਿਖੇ ਲੋਕਾਂ ਕੋਲ ਹੈ ਨਹੀਂ ਸੀ, ਨਾ ਹੀ ਉਸ ਵੇਲੇ ਦੇ ਜਿਹੜੇ ਕਾਨੂੰਨ ਘਾੜੇ ਸੀ ਉਹਨਾਂ ਕੋਲ ਹੈ ਸੀ। ਤੇ ਇਸ ਲਈ ਉਹ ਜਿਹੜੇ ਐਸਟੈਬਲਿਸ਼ ਹੋਏ ਹੋਏ ਸੀ ਉਸ ਵੇਲੇ ਦੇ ਲੋਕ, ਜਿਨ੍ਹਾਂ ਦਾ ਰਾਜ ਭਾਗ ਚੱਲਦਾ ਸੀ ਜਾਂ ਜਿਨ੍ਹਾਂ ਦੀ ਰਾਜ ਭਾਗ ਦੇ ਵਿੱਚ ਚੱਲਦੀ ਸੀ, ਉਹਨਾਂ ਲੋਕਾਂ ਨੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਬੜੇ ਤਸੀਹੇ ਦਿੱਤੇ ਨੇ, ਬੜੀ ਬਿਪਤਾ ਦੇ ਵਿੱਚ ਪਾਇਆ ਇਹਨਾਂ ਸਤਿਪੁਰਸ਼ਾਂ ਨੂੰ। ਜਦੋਂ ਉਹਨਾਂ ਦੇ ਤਸੀਹੇ, ਉਹਨਾਂ ਦੇ ਜ਼ੁਲਮ ਕੋਈ ਕਾਰਗਰ ਸਿੱਧ ਨਾ ਹੋਏ, ਫਿਰ ਉਹਨਾਂ ਨੇ ਨੀਤੀ ਅਪਣਾਈ ਜਿਹਨੂੰ ਅੱਜ ਕੱਲ੍ਹ ਤੁਸੀਂ ਵੇਟ ਐਂਡ ਵਾਚ ਆਖਦੇ ਹੋ। ਤੇ ਇਸ ਨੀਤੀ ਦੇ ਤਹਿਤ ਇਹ ਫੈਸਲੇ ਹੋਏ ਕਿ ਹੁਣ ਜਦੋਂ ਤੱਕ ਇਹ ਜਿਉਂਦੇ ਹਨ ਉਦੋਂ ਤੱਕ ਬਰਦਾਸ਼ਤ ਕਰੋ, ਜੋ ਕਰਦੇ ਹਨ ਕਰਨ ਦਿਓ, ਜੋ ਪ੍ਰਚਾਰਦੇ ਹਨ ਪ੍ਰਚਾਰਨ ਦਿਓ, ਤੇ ਜਦੋਂ ਇਹ ਦੁਨੀਆ ਤੋਂ ਜਾਣਗੇ ਉਸ ਤੋਂ ਬਾਅਦ ਇਹਨਾਂ ਦਾ ਜੀਵਨ ਅਸੀਂ ਲਿਖਾਂਗੇ, ਇਹਨਾਂ ਦੀਆਂ ਸਾਖੀਆਂ ਅਸੀਂ ਲਿਖਾਂਗੇ, ਇਹਨਾਂ ਦੀ ਜੀਵਨੀ ਅਸੀਂ ਲਿਖਾਂਗੇ। ਫਿਰ ਉਹਨਾਂ ਲੋਕਾਂ ਨੇ ਮਰਜ਼ੀ ਦੇ ਲੇਖ ਲਿਖੇ, ਮਰਜ਼ੀ ਦੀਆਂ ਕਹਾਣੀਆਂ ਲਿਖੀਆਂ, ਤੇ ਅੱਜ ਵੀ ਉਹਨਾਂ ਮਰਜ਼ੀ ਦੀਆਂ ਕਹਾਣੀਆਂ ਦੀ ਹੀ ਬਹੁਤ ਪ੍ਰਚਲਿਤਾ ਹੈ ਸਾਧ ਸੰਗਤ। ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸੰਕੇਤ ਦਿੱਤੇ ਹਨ ਆਪਣੀਆਂ ਵਾਰਾਂ ਦੇ ਅੰਦਰ ਕਿ ਭਾਈ ਇਹਨਾਂ ਮਹਾਂਪੁਰਖਾਂ ਦੇ ਪ੍ਰਤੀ ਆਹ ਗੱਲਾਂ ਪ੍ਰਚਲਿਤ ਸਨ। ਬਾਬਾ ਨਾਮਦੇਵ ਜੀ ਦੇ ਪ੍ਰਤੀ ਇਹ ਪ੍ਰਚਲਿਤ ਸੀ ਗੱਲ। ਉਹਨਾਂ ਨੇ ਸੰਕੇਤ ਦਿੱਤਾ ਸਾਨੂੰ ਕਿ ਬਾਬਾ ਧੰਨਾ ਜੀ ਦੇ ਪ੍ਰਤੀ ਇਹ ਗੱਲ ਪ੍ਰਚਲਿਤ ਸੀਗੀ। ਪਰ ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕੀਤੀ, ਇਹ ਤੁਸੀਂ ਉਹਨਾਂ ਦੀ ਬਾਣੀ ਪੜ੍ਹੋ, ਉਹ ਆਪਣੀ ਬਾਣੀ ਵਿੱਚ ਦੱਸਣਗੇ ਸਾਨੂੰ ਕਿਵੇਂ ਮਿਲਿਆ। ਸੋ ਅੱਜ ਦਾ ਪਾਵਨ ਸ਼ਬਦ, ਇੱਕ ਪਾਸੇ ਅਸੀਂ ਇਹ ਵਿਚਾਰਨਾ ਹੈ ਕਿ ਉਹਨਾਂ ਨੂੰ ਪ੍ਰਾਪਤੀ ਕਿਵੇਂ ਹੋਈ, ਦੂਜੇ ਪਾਸੇ ਅਸੀਂ ਇਹ ਵੇਖਣਾ ਹੈ ਕਿ ਇੱਕ ਆਮ ਜਿਹੇ ਪਰਿਵਾਰ ਵਿੱਚੋਂ ਉੱਠੇ ਹੋਏ ਭਗਤ ਧੰਨਾ ਜੀ ਮਹਾਰਾਜ ਜੋ ਖੇਤੀਬਾੜੀ ਕਰਦੇ ਨੇ, ਪੜ੍ਹੇ ਲਿਖੇ ਵੀ ਬਹੁਤੇ ਨਹੀਂ ਸਮਾਜ ਦੀਆਂ ਉਸ ਵੇਲੇ ਦੀਆਂ ਸੰਸਥਾਵਾਂ ਦੇ ਵਿੱਚ, ਪਰ ਉਹਨਾਂ ਦੀ ਸੁਰਤ ਦੀ ਉਡਾਰੀ ਕਿੱਡੀ ਉੱਚੀ ਆ, ਕਿੱਡੀ ਕਮਾਲ ਦੀ ਗੱਲ ਉਹ ਕਰ ਦਿੰਦੇ ਨੇ। ਇੱਕ ਖੇਤ ਵਿੱਚ ਬੈਠਾ ਜ਼ਿਮੀਂਦਾਰ, ਖੇਤੀ ਕਰਨ ਵਾਲਾ ਕਿਸਾਨ, ਤੇ ਉਹ ਜਦੋਂ ਆਪਣੀ ਫਸਲ ਬੀਜਦਾ, ਆਪਣੇ ਖੇਤਾਂ ਨੂੰ ਵਾਹੁੰਦਾ ਵਾ, ਤੇ ਉਹ ਕਿੱਡੀ ਉੱਚੀ ਖਿਆਲ, ਕਿੱਡੀ ਉੱਚੀ ਸੁਰਤ ਦੀ ਉਡਾਰੀ ਕਿੱਡੀ ਉੱਚੀ ਆ। ਵੇਖੋ ਭਗਤ ਧੰਨਾ ਜੀ ਕਹਿਣ ਲੱਗੇ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ ਰਹਾਓ। ਇਹ ਰਹਾਓ ਦਾ ਪਦ ਆਇਆ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਧੰਨਾ ਜੀ ਕਹਿ ਰਹੇ ਨੇ ਭ੍ਰਮਤ ਫਿਰਤ, ਭ੍ਰਮਤ ਦਾ ਅਰਥ ਹੈ ਜੀ ਭਟਕਦਿਆਂ। ਤੇ ਭਟਕਦਾ ਕੌਣ ਹੁੰਦਾ ਸਾਧ ਸੰਗਤ? ਭਟਕਦਾ ਉਹ ਹੁੰਦਾ ਜਿਹੜਾ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ, ਰਾਹ ਭੁੱਲ ਗਿਆ, ਉਹ ਭਟਕ ਗਿਆ। ਤੇ ਭਟਕਣਾ ਦੇ ਅੰਦਰ ਉਹ ਚੱਲ ਰਿਹਾ, ਉਹ ਤੁਰ ਰਿਹਾ, ਉਹ ਆਪਣੇ ਐਫਰਟ ਲਾ ਰਿਹਾ, ਉਹਦੀ ਐਨਰਜੀ ਵੀ ਵੇਸਟ ਹੋ ਰਹੀ ਆ, ਉਹਦਾ ਸਮਾਂ ਵੀ ਲੱਗ ਰਿਹਾ, ਉਹਦਾ ਸਰਮਾਇਆ ਵੀ ਲੱਗ ਰਿਹਾ, ਪਰ ਉਹਨੂੰ ਮੰਜ਼ਿਲ ਨਹੀਂ ਮਿਲ ਰਹੀ, ਟਿਕਾਣਾ ਨਹੀਂ ਮਿਲ ਰਿਹਾ, ਉਹ ਭਟਕਣਾ ਆ। ਜੋ ਟਿਕਿਆ ਬੈਠਾ ਨਾ ਇੱਕ ਥਾਂ ਤੇ, ਉਹ ਭਟਕ ਨਹੀਂ ਰਿਹਾ। ਜਦੋਂ ਭਟਕਣਾ ਦੀ ਗੱਲ ਹੋ ਰਹੀ ਹੈ, ਉੱਥੇ ਹਮੇਸ਼ਾ ਇਹ ਚੇਤਾ ਰੱਖਣਾ ਕਿ ਇਹ ਗੱਲ ਕਿਸੇ ਆਲਸੀ ਦੀ, ਦਰਿਦਰੀ ਬੰਦੇ ਦੀ ਨਹੀਂ ਹੋ ਰਹੀ, ਜੋ ਸਭ ਛੱਡ ਛਡਾ ਕੇ ਬੈਠ ਗਿਆ ਵੀ ਛੱਡੋ ਪਰੇ ਜੀ, ਹੁਣ ਬੈਠ ਜਾਓ, ਆਰਾਮ ਕਰੋ, ਫਿਰ ਦੇਖਾਂਗੇ, ਉਸ ਦੀ ਗੱਲ ਨਹੀਂ ਹੋ ਰਹੀ। ਭਟਕਣਾ ਦਾ ਮਤਲਬ ਇਹ ਹੈ ਕਿ ਚੱਲ ਰਿਹਾ, ਯਤਨ ਕਰ ਰਿਹਾ, ਪਹੁੰਚਣਾ ਚਾਹੁੰਦਾ ਹੈ, ਪਰ ਰਾਹ ਭੁੱਲ ਗਿਆ ਵਾ। ਹੁਣ ਕੋਈ ਰਾਹ ਦੱਸਣ ਵਾਲਾ ਮਿਲੇ ਤੇ ਉਸੇ ਸ਼ਿੱਦਤ ਦੇ ਨਾਲ ਚੱਲ ਕੇ ਆਪਣੀ ਮੰਜ਼ਿਲ ਤੇ ਬੜੀ ਛੇਤੀ ਪਹੁੰਚ ਜਾਏਗਾ। ਤੇ ਹੁਣ ਬਾਬਾ ਧੰਨਾ ਜੀ ਮਹਾਰਾਜ ਕਹਿਣ ਲੱਗੇ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਭਟਕਦਿਆਂ ਨੂੰ, ਸਹੀ ਜੀਵਨ ਰਾਹ ਤੋਂ ਖੁੰਝ ਕੇ ਭਟਕਣਾ ਵਿੱਚ ਪਿਆ ਨੂੰ, ਅਗਿਆਨਤਾ 'ਚ ਫਸਿਆਂ ਨੂੰ, ਇੱਕ ਨਹੀਂ ਕਈ ਜਨਮ ਬੀਤ ਗਏ ਨੇ, ਭਾਵ ਲੰਮਾ ਸਮਾਂ ਹੋ ਗਿਆ ਵਾ।
ਲੰਮਾ ਹੀ ਸਮਾਂ ਹੋ ਗਿਆ ਭਟਕਣਾ ਚ ਪਿਆ ਨੂੰ। ਤਨ ਮਨ ਧਨ ਨਹੀਂ ਧੀਰੇ, ਤਿੰਨ ਸ਼ਬਦ ਵਰਤੇ, ਤਨ ਮਨ ਧਨ। ਕਹਿੰਦੇ ਨਾ ਤੇ ਤਨ ਨੂੰ ਧੀਰਜ ਮਿਲ ਰਿਹਾ, ਸਰੀਰ ਨੂੰ ਟਿਕਾ ਮਿਲ ਰਿਹਾ, ਨਾ ਹੀ ਮਨ ਟਿਕ ਰਿਹਾ ਤੇ ਨਾ ਹੀ ਧਨ ਟਿਕ ਰਿਹਾ। ਧਨ ਤੇ ਸਾਧ ਸੰਗਤ ਕਦੇ ਵੀ ਟਿਕ ਨਹੀਂ ਸਕਦਾ ਨਾ, ਆਪ ਜੀ ਜਾਣਦੇ ਆ। ਧਨ ਆ ਜੋ ਹੁਣ ਤੱਕ ਤੁਹਾਡੇ ਹੱਥ ਵਿੱਚ ਆ, ਸੰਗਤ ਕਤਾਰ 'ਚ ਖੜੀ ਮੱਥਾ ਟੇਕਣ ਲਈ, ਅਗਲੇ ਹੀ ਪਲ ਗੋਲਕ 'ਚ ਪਾ ਦੇਣਾ, ਗਿਆ ਜੀ ਹੁਣ ਉਹ। ਤੇ ਇੱਥੋਂ ਨਿਕਲਣਾ ਕਿਤੇ ਹੋਰ ਚੱਲ ਜਾਣਾ, ਉੱਥੋਂ ਨਿਕਲਣਾ ਕਿਤੇ ਹੋਰ ਚੱਲ ਜਾਣਾ। ਧਨ ਇੱਦਾਂ ਟਰੈਵਲ ਕਰਦਾ ਵਾ, ਇੱਕ ਪਲ ਵਿੱਚ ਸਾਡੇ ਕੋਲ ਹੁੰਦਾ, ਅਗਲੇ ਪਲ ਕਿਸੇ ਹੋਰ ਕੋਲ, ਅਗਲੇ ਪਲ ਕਿਸੇ ਹੋਰ ਕੋਲ, ਅਗਲੇ ਪਲ ਕਿਸੇ ਹੋਰ ਕੋਲ। ਧਨ ਕਦੇ ਵੀ ਠਹਿਰਦਾ ਨਹੀਂ ਆ। ਹੁਣ ਤੇ ਧਨ ਕੰਟਰੀ ਤੋਂ ਕੰਟਰੀ ਵੀ ਟਰੈਵਲ ਕਰਨ ਲੱਗ ਪਿਆ ਵਾ। ਕਰੰਸੀ ਡਿਜੀਟਲ ਹੋ ਗਈ ਨਾ ਅੱਜ ਕੱਲ੍ਹ, ਤੇ ਡਿਜੀਟਲ ਹੋਈ ਕਰੰਸੀ ਵੇਖੋ ਕਿੰਨੀ ਟਰੈਵਲਿੰਗ ਕਰ ਰਹੀ ਆ। ਇੱਕ ਪਲ ਵਿੱਚ ਸਾਡੇ ਕੋਲ ਜਿਹੜਾ ਇੱਥੇ ਧਨ ਆ, ਅਸੀਂ ਕਿਸੇ ਹੋਰ ਕੰਟਰੀ 'ਚ ਉਹਨੂੰ ਭੇਜ ਦਿੰਦੇ ਹਾਂ, ਉੱਥੋਂ ਕਿਸੇ ਹੋਰ ਚਲਾ ਜਾਂਦਾ, ਉੱਥੋਂ ਕਿਸੇ ਹੋਰ ਥਾਂ ਤੇ। ਧਨ ਭਟਕਣਾ 'ਚ ਆ ਨਾ, ਭਟਕਦਾ ਫਿਰਦਾ ਧਨ। ਧਨ ਵੀ ਨਹੀਂ ਟਿਕ ਰਿਹਾ, ਮਨ ਵੀ ਨਹੀਂ ਟਿਕ ਰਿਹਾ, ਮਨ ਵੀ ਭਟਕਣਾ 'ਚ ਆ, ਮਨ ਕੋਲ ਵੀ ਟਿਕਾ ਹੈ ਨਹੀਂ, ਤੇ ਧਨ ਵੀ ਨਹੀਂ ਟਿਕ ਰਿਹਾ। ਤਨ ਵੀ ਬਦਲ ਰਿਹਾ ਛਿਨ ਛਿਨ, ਹਰ ਪਲ ਸਾਡਾ ਤਨ ਬਦਲਦਾ ਪਿਆ, ਸਰੀਰ ਬਦਲਦਾ। ਅਸੀਂ ਜਿਹੋ ਜਿਹੇ 5 ਸਾਲ ਪਹਿਲਾਂ ਸੀ ਹੁਣ ਚੇਂਜ ਹੋ ਚੁੱਕੇ ਹਾਂ, ਬਿਲਕੁਲ ਬਦਲ ਚੁੱਕੇ ਹਾਂ। ਜਿਹੋ ਜਿਹੇ ਹੁਣ ਹਾਂ 5 ਸਾਲਾਂ ਨੂੰ ਬਦਲ ਜਾਵਾਂਗੇ, ਸਾਡਾ ਚਿਹਰਾ ਮੂਹਰਾ ਨੈਣ ਨਕਸ਼ ਬਦਲ ਜਾਣਗੇ। ਨਾ ਤੇ ਸਰੀਰ ਟਿਕਾ ਵਿੱਚ ਆ, ਨਾ ਮਨ ਟਿਕਾ ਵਿੱਚ ਆ, ਨਾ ਧਨ ਟਿਕਾ ਵਿੱਚ ਆ। ਇਹ ਸਾਰੀਆਂ ਚੀਜ਼ਾਂ ਭਟਕਣਾ ਦੇ ਵਿੱਚ ਨੇ। ਤੇ ਇੱਕ ਖਿਆਲ ਰੱਖਣਾ, ਸਰੀਰ ਤੇ ਟਿਕਾ 'ਚ ਰਹਿ ਨਹੀਂ ਸਕਦਾ। ਇਹ ਤੇ ਕੁਦਰਤੀ ਨਿਜ਼ਾਮ ਹੈ ਇੱਦਾਂ ਦਾ, ਵਾਹਿਗੁਰੂ ਦੀ ਸਾਜੀ ਹੋਈ ਸ੍ਰਿਸ਼ਟੀ ਦਾ ਵਿਧਾਨ ਹੈ ਇਸ ਦਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਸਰੀਰ ਤੇ ਇਸ ਸਫ਼ਰ ਦੇ ਵਿੱਚੋਂ ਲੰਘੇਗਾ, ਪਰ ਇਹਦਾ ਮਤਲਬ ਇਹ ਨਹੀਂ ਕਿ ਮਨ ਵੀ ਸਫ਼ਰ ਹੀ ਰਹੇਗਾ। ਮਨ ਟਿਕ ਸਕਦਾ, ਮਨ ਟਿਕ ਸਕਦਾ ਇੱਕ ਥਾਂ ਤੇ। ਟਿਕਦਾ ਕਿਉਂ ਨਹੀਂ? ਹੁਣ ਉਹਦਾ ਕਾਰਨ ਦੱਸਿਆ ਮਹਾਰਾਜ ਨੇ। ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ। ਮਨ ਕਿਉਂ ਨਹੀਂ ਟਿਕਦਾ ਜੀ? ਕਿਉਂਕਿ ਮਨ ਦੇ ਅੰਦਰ ਲਾਲਚ ਆ ਗਿਆ, ਲੋਭ ਆ ਗਿਆ। ਲੋਭ ਨੇ ਕੀ ਕੀਤਾ? ਮਨ ਨੂੰ ਭਟਕਾਉਣਾ ਸ਼ੁਰੂ ਕਰ ਦਿੱਤਾ। ਤੇ ਲੋਭੀ ਮਨੁੱਖ ਦੀ ਬਿਰਤੀ ਬੜੀ ਭਿਆਨਕ ਹੁੰਦੀ ਆ। ਚੇਤਾ ਰੱਖਿਓ, ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਸਪਸ਼ਟ ਹਦਾਇਤ ਕੀਤੀ ਆ। ਕਿਤੇ ਨਹੀਂ ਲਿਖਿਆ ਗੁਰੂ ਸਾਹਿਬ ਨੇ ਕਿਹਾ ਬੰਦੇ ਤੇ ਭਰੋਸਾ ਨਾ ਕਰਿਓ। ਲੋਭੀ ਬਾਰੇ ਜ਼ਰੂਰ ਲਿਖਿਆ, ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ। ਕਹਿੰਦੇ ਲੋਭੀ ਤੇ ਭਰੋਸਾ ਨਾ ਕਰਿਓ ਪਿਆਰਿਓ, ਧੋਖਾ ਦੇਗਾ। ਅੰਤ ਕਾਲ ਤਿੱਥੈ ਤੋ ਹੈ। ਮਹਾਰਾਜ ਕਹਿੰਦੇ ਅੰਤ ਨੂੰ ਉਹਨੇ ਉੱਥੇ ਜਾ ਕੇ ਧੋਖਾ ਦੇਣਾ ਜਿੱਥੋਂ ਤੁਹਾਡੇ ਬਚਣ ਦੀ ਕੋਈ ਉਮੀਦ ਨਹੀਂ ਹੋਏਗੀ। ਬਚ ਜਾਓ ਲੋਭੀ ਤੋਂ। ਤੇ ਇਹ ਗੱਲ ਕੇਵਲ ਜਿਹੜੇ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਬੈਠੇ ਆ ਸਾਡੇ ਲਈ ਨਹੀਂ ਆ, ਇਹ ਗੱਲ ਦੁਨੀਆ ਦੇ ਹਰ ਮਨੁੱਖ ਲਈ ਆ, ਚੇਤਾਵਨੀ ਆ ਗੁਰੂ ਸਾਹਿਬ ਦੀ। ਤੇ ਲੋਭ ਕਿੱਡੀ ਭਿਆਨਕ ਚੀਜ਼ ਆ। ਹੇ ਲੋਭਾ ਲੰਪਟ ਸੰਗ ਸਿਰ ਮੋਰਾ, ਅਨਿਕ ਲਹਿਰੀ ਕਲੋਲ ਤੇ। ਮਹਾਰਾਜ ਕਹਿਣ ਲੱਗੇ ਲੋਭ ਏਡੀ ਭਿਆਨਕ ਚੀਜ਼ ਆ ਕਿ ਜਦੋਂ ਮਨ ਲੋਭ ਦਾ ਸ਼ਿਕਾਰ ਹੋ ਜਾਂਦਾ ਨਾ, ਆ ਮਨ ਤੁਸੀਂ ਵੇਖਿਓ ਲੋਭ ਦਾ ਸ਼ਿਕਾਰ ਹੋਏ ਮਨੁੱਖ ਨੂੰ ਮਹਾਰਾਜ ਕਹਿੰਦੇ ਨਾ ਤੇ ਆਪਣੇ ਇਸ਼ਟ ਨੂੰ ਬਖਸ਼ੇਗਾ, ਨਾ ਆਪਣੇ ਦੋਸਤਾਂ ਨੂੰ, ਨਾ ਆਪਣੇ ਰਿਸ਼ਤੇਦਾਰਾਂ ਨੂੰ, ਹੋਰ ਤੇ ਛੱਡੋ ਆਪਣੇ ਮਾਂ-ਪਿਓ ਨੂੰ ਵੀ ਨਹੀਂ ਬਖਸ਼ਦਾ ਜਿਹੜਾ ਲੋਭ 'ਚ ਗਰਸਿਆ ਗਿਆ। ਕਈ ਵਾਰੀ ਮਾਂ-ਪਿਓ ਦੇ ਗਲ ਅੰਗੂਠਾ ਵੀ ਦੇ ਦਿੰਦਾ, ਕਿਆ ਮੈਨੂੰ ਚਾਹੀਦਾ? ਦਿੰਦੇ ਕਿਉਂ ਨਹੀਂ? ਕਰ ਦਿੰਦੇ ਆ ਨਾ ਜੀ। ਕਿੰਨੇ ਰਾਜੇ ਮਹਾਰਾਜਿਆਂ ਨੇ ਆਪਣੇ ਪਿਓ ਦਾਦਿਆਂ ਨੂੰ ਖਤਮ ਕਰ ਦਿੱਤਾ ਸੀ ਕਿ ਤਖਤ ਸਾਨੂੰ ਚਾਹੀਦਾ, ਤੁਸੀਂ ਨਹੀਂ ਉੱਠ ਰਹੇ ਇਹਦੇ ਤੋਂ, ਤੁਸੀਂ ਉੱਠੋਗੇ ਤਾਂ ਅਸੀਂ ਬੈਠਾਂਗੇ। ਕਿੰਨੇ ਲੋਕੀ ਨੇ ਜ਼ਮੀਨ ਜਾਇਦਾਦ ਦੀ ਖਾਤਰ ਗਲ ਅੰਗੂਠਾ ਦੇ ਦਿੰਦੇ ਨੇ ਕਿ ਜਦ ਤੱਕ ਤੁਸੀਂ ਬੈਠਿਆਂ ਤੇ ਅਸੀਂ ਮਾਲਕ ਨਹੀਂ ਬਣ ਸਕਦੇ, ਤੁਸੀਂ ਜਾਓ, ਮਾਲਕੀ ਸਾਨੂੰ ਮਿਲੇ। ਲੋਭੀ ਨਾ ਤੇ ਮਾਂ ਪਿਓ ਦਾ ਬਣਦਾ,
ਲੋਭੀ ਨਾ ਭੈਣ ਭਰਾਵਾਂ ਦਾ ਬਣਦਾ, ਲੋਭੀ ਨਾ ਮਿੱਤਰਾਂ ਦੋਸਤਾਂ ਦਾ ਬਣਦਾ, ਹੋਰ ਛੱਡੋ ਲੋਭੀ ਆਪਣੇ ਗੁਰੂ ਦਾ ਵੀ ਨਹੀਂ ਬਣਦਾ। ਲੋਭ ਆ ਨਾ ਪਿਆਰਿਓ ਜਿਹੜਾ, ਨਾ ਚ ਇਸ਼ਟੰ, ਇਸ਼ਟ ਦਾ ਵੀ ਨਹੀਂ ਹੁੰਦਾ। ਜੇ ਲੋਭੀ ਥੋੜਾ ਜਿਹਾ ਵੱਡਾ ਅਹੁਦਾ ਵੱਡਾ, ਉਹ ਵੱਡਾ ਹੱਥ ਮਾਰੇਗਾ, ਉਹ ਹਿਸਾਬ ਕਿਤਾਬ ਦੇ ਵਿੱਚ ਹੇਰ ਫੇਰ ਕਰ ਦੇਗਾ। ਤੇ ਜੇ ਲੋਭ ਥੋੜਾ ਜਿਹਾ ਛੋਟਾ ਆ, ਫਿਰ ਜਾਏਗਾ ਗੁਰਦੁਆਰੇ ਮੱਥਾ ਟੇਕਣ, ਹੋਰ ਨਹੀਂ ਕੁਝ ਮਿਲੇਗਾ ਤੇ ਕਿਸੇ ਦੀਆਂ ਚੱਪਲਾਂ ਪਾ ਕੇ ਆ ਜਾਏਗਾ, ਜੁੱਤੀ ਪਾ ਲਏਗਾ। ਬਿਰਤੀ ਆ ਨਾ, ਬਿਰਤੀ ਵੱਡੀ ਆ, ਹੱਥ ਵੱਡਾ ਪੈਂਦਾ ਤੇ ਵੱਡਾ ਹੱਥ ਮਾਰ ਲਏਗਾ, ਛੋਟੀ ਥਾਂ ਤੇ ਹੱਥ ਪੈਂਦਾ ਉੱਥੇ ਹੱਥ ਮਾਰ ਲਏਗਾ। ਜਿੱਥੇ ਇਹਦੀ ਸ਼ਰਧਾ ਆ, ਜਿੱਥੇ ਮੱਥਾ ਟੇਕਦਾ, ਜਿੱਥੇ ਇਸ਼ਟ ਮੰਨਦਾ ਹੈ ਆਪਣਾ, ਉੱਥੇ ਵੀ ਆਪਣੀ ਲੋਭ ਦੀ ਬਿਰਤੀ ਨੂੰ ਪ੍ਰਗਟ ਕਰਨ ਤੋਂ ਪਿੱਛੇ ਨਹੀਂ ਹਟਦਾ, ਉੱਥੇ ਵੀ ਪ੍ਰਗਟ ਕਰ ਦਿੰਦਾ। ਜਿਨ੍ਹਾਂ ਨਾਲ ਬੈਠ ਕੇ ਖਾਂਦਾ, ਦੋਸਤ ਮਿੱਤਰ ਖਾਣਾ ਖਾਂਦਾ, ਨਾ ਚ ਮਿੱਤਰੰ, ਉਹਨਾਂ ਨੂੰ ਵੀ ਨਹੀਂ ਬਖਸ਼ਦਾ, ਉਹਨਾਂ ਨੂੰ ਵੀ ਖਾ ਜਾਂਦਾ। ਨਾ ਚ ਮਾਤ ਪਿਤਾ ਤਬ ਲੱਜਿਆ, ਨਾ ਹੀ ਮਾਤ ਪਿਤਾ ਦੀ ਲੱਜਿਆ ਹੁੰਦੀ ਆ। ਸੋ ਇਹ ਜਿਹੜੀ ਬਿਰਤੀ ਆ, ਬਾਬਾ ਵੇਖੋ ਇਹ ਗੱਲ ਕੌਣ ਕਹਿ ਰਿਹਾ ਜੀ ਇੱਥੇ? ਅੱਜ ਸ਼ਬਦ ਆਪਾਂ ਕਿਹਨਾਂ ਦਾ ਵਿਚਾਰ ਰਹੇ ਹਾਂ? ਭਗਤ ਧੰਨਾ ਜੀ ਦਾ। ਧੰਨਾ ਜੀ ਮਹਾਰਾਜ ਦੀ ਬਿਰਤੀ ਵੇਖੋ ਤੁਸੀਂ, ਖੇਤ 'ਚ ਕੰਮ ਕਰ ਰਿਹਾ ਕਿਰਸਾਨ, ਤੇ ਸੁਰਤ ਦੀ ਉਡਾਰੀ ਵੇਖੋ ਕਿੱਡੀ ਉੱਚੀ ਆ। ਉਹ ਕਹਿਣ ਲੱਗੇ ਲਾਲਚ ਬਿਖ, ਜਿਹੜਾ ਲਾਲਚ ਲੋਭ ਆ ਨਾ ਪਿਆਰਿਓ, ਜ਼ਹਿਰ ਵਰਗਾ ਆ। ਜ਼ਹਿਰ ਜਿਹੜਾ ਵੀ ਚੱਖਦਾ ਉਸ ਦੀ ਮੌਤ, ਉਸ ਦਾ ਅੰਤ ਤੈਅ ਆ। ਇਸ ਲਈ ਇਸ ਲੋਭ ਲਾਲਚ ਰੂਪੀ ਜ਼ਹਿਰ ਤੋਂ ਬਚੋ। ਅੱਛਾ, ਅਗਲੀ ਗੱਲ, ਕਾਮ ਲੁਬਧ ਰਾਤਾ, ਮਨ ਕਿਉਂ ਨਹੀਂ ਟਿਕਦਾ ਜੀ? ਕਿਉਂਕਿ ਇੱਕ ਤੇ ਮਨ ਦੇ ਅੰਦਰ ਲੋਭ ਆ ਗਿਆ, ਲਾਲਚ ਆ ਗਿਆ। ਦੂਜਾ ਕਾਮ ਲੁਬਧ, ਕਾਮ ਨੇ ਇਸ ਨੂੰ ਲੋਭਾਇਮਾਨ ਕਰ ਲਿਆ। ਹੁਣ ਲੋਭ ਦੀ ਬਿਰਤੀ ਵੀ ਬਾਹਰ ਮੁਖੀ ਆ, ਕਾਮ ਦੀ ਬਿਰਤੀ ਵੀ ਬਾਹਰ ਮੁਖੀ ਆ। ਮਨ ਬਿਸਰੇ ਪ੍ਰਭ ਹੀਰੇ, ਹੀਰੇ ਦਾ ਮਤਲਬ ਹੀਰਾ, ਕੀਮਤੀ, ਹੀਰੇ ਜੈਸਾ ਜਨਮ ਹੈ। ਪ੍ਰਭ ਹੀਰੇ, ਸਾਈਂ ਨਾਮ ਹਮੋ ਅਮੋਲ ਕੀਮ ਨਾ ਕੋਈ ਜਾਣ ਦੋ। ਜੋ ਅਸਲ ਵਿੱਚ ਹੀਰਾ ਕੀਮਤੀ ਚੀਜ਼ ਆ, ਉਹਨੂੰ ਤੇ ਭੁੱਲ ਗਿਆ, ਜਾਂ ਤੇ ਕਾਮ ਦੇ ਵੱਸ ਹੋ ਗਿਆ ਜਾਂ ਲਾਲਚ ਵੱਸ ਹੋ ਗਿਆ। ਇਹਨਾਂ ਦੋ ਔਗਣਾਂ 'ਚ ਫਸਿਆ ਹੋਇਆ ਇਹ ਮਨ ਭਟਕਣਾ ਦਾ ਸ਼ਿਕਾਰ ਹੋਇਆ ਪਿਆ, ਭਟਕਿਆ ਪਿਆ। ਕਿੱਡੀ ਵੱਡੀ ਬ੍ਰਹਮ ਗਿਆਨ ਦੀ ਗੱਲ ਕਰ ਰਹੇ ਨੇ ਭਗਤ ਧੰਨਾ ਜੀ ਮਹਾਰਾਜ। ਹੁਣ ਅੱਗੋਂ ਕਹਿਣ ਲੱਗੇ, ਕਹਿੰਦੇ ਇਸ ਬਿਰਤੀ ਦੇ ਅਧੀਨ ਕੀ ਹੋਇਆ ਜੀ? ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਬਿਖ ਫਲ, ਉਹ ਫਲ ਜਿਹੜੇ ਜ਼ਹਿਰ ਵਰਗੇ ਨੇ। ਇਹਨੂੰ ਸ਼ੇਖ ਫਰੀਦ ਜੀ ਨੇ ਵੀ ਬੜਾ ਖੂਬਸੂਰਤ ਬਿਆਨਿਆ। ਉਹ ਕਹਿੰਦੇ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਬਿਖ ਫਲ, ਜ਼ਹਿਰ ਰੂਪੀ ਫਲ, ਜਿਨ੍ਹਾਂ ਦੇ ਅੰਦਰ ਪੋਇਜ਼ਨ ਆ, ਬਾਹਰੋਂ ਸ਼ੂਗਰ ਕੋਟਡ ਨੇ, ਉਹ ਮਿੱਠੇ ਲੱਗਣ ਲੱਗ ਪਏ ਨੇ। ਬਾਹਰੋਂ ਚੰਗਾ ਲੱਗਦਾ ਇਹਨੂੰ ਵੇਖਣ ਨੂੰ, ਕਾਮ ਵੇਖਣ ਨੂੰ, ਲਾਲਚ ਵੇਖਣ ਨੂੰ, ਲੋਭ, ਇਹ ਔਗਣ ਇਹਨਾਂ 'ਚੋਂ ਰਸ ਮਾਣਦਾ ਪਹਿਲਾਂ ਪਹਿਲ ਤੇ, ਬਾਅਦ ਵਿੱਚ ਇਹ ਜ਼ਹਿਰ ਬਣ ਕੇ ਜਿੰਦ ਦੀ ਫਾਹੀ ਬਣ ਜਾਂਦੇ ਨੇ। ਬਾਬਾ ਜੀ ਕਹਿਣ ਲੱਗੇ ਬਿਖ ਫਲ ਮੀਠ ਲੱਗੇ, ਇਹ ਕੌੜੇ ਜ਼ਹਿਰੀਲੇ ਔਗਣ ਨੇ ਨਾ ਜਿਹੜੇ ਮਨ ਨੂੰ ਮਿੱਠੇ ਲੱਗਣ ਲੱਗ ਜਾਂਦੇ ਨੇ। ਫਿਰ ਕੀ ਹੁੰਦਾ? ਚਾਰ ਵਿਚਾਰ ਨਾ ਜਾਣਿਆ। ਚਾਰ ਸ਼ਬਦ ਗੁਰਬਾਣੀ 'ਚ ਜਦੋਂ ਚੱਚੇ ਕੰਨਾ ਰਾਰਾ ਇੱਦਾਂ ਆਉਂਦਾ ਨਾ, ਉਦੋਂ ਇਸ ਦਾ ਅਰਥ ਬਣਦਾ ਸੁੰਦਰ, ਸੋਹਣਾ। ਇਹ ਅਰਥ ਬਣਦਾ। ਜਦੋਂ ਚੱਚੇ ਕੰਨਾ ਰਾਰੇ ਨੂੰ ਸਿਹਾਰੀ ਆ ਜਾਂਦਾ ਚਾਰ, ਉਦੋਂ ਇਹ ਸੰਖਿਆ ਸੂਚਕ ਬਣ ਜਾਂਦਾ, ਇਹਦਾ ਅਰਥ ਚਾਰ ਨਿਕਲਦਾ ਵਾ। ਤੇ ਇੱਥੇ ਆਇਆ ਚੱਚੇ ਕੰਨਾ ਰਾਰਾ, ਚਾਰ ਮਤਲਬ ਸੁੰਦਰ, ਸੋਹਣਾ। ਬਾਬਾ ਧੰਨਾ ਜੀ ਕਹਿਣ ਲੱਗੇ ਚਾਰ ਵਿਚਾਰ ਨਾ ਜਾਣਿਆ। ਵਿਚਾਰ ਦਾ ਅਰਥ ਖਿਆਲ, ਜਿਹੜੇ ਮਨ ਚੋਂ ਵਿਚਾਰ ਨਿਕਲਦੇ ਆ। ਚਾਰ ਵਿਚਾਰ ਦਾ ਅਰਥ ਸੋਹਣੇ ਖਿਆਲ, ਚੰਗੇ ਖਿਆਲ, ਨੇਕ ਖਿਆਲ ਨਾ ਜਾਣਿਆ। ਇਹਨੂੰ ਨੇਕ ਖਿਆਲਾਂ ਦੀ ਸਮਝ ਨਹੀਂ ਆ। ਚੰਗੇ ਖਿਆਲ ਇਸ ਦੇ ਮਨ ਅੰਦਰ ਪੈਦਾ ਨਹੀਂ ਹੋ ਰਹੇ, ਚੰਗੀ ਸੋਚ ਨਹੀਂ ਪੈਦਾ ਹੋ ਰਹੀ। ਲਾਲਚ ਕਰਕੇ, ਕਾਮ ਕਰਕੇ ਸੋਚ ਮਾੜੀ ਹੋ ਗਈ। ਤੇ ਪਿਆਰਿਓ, ਜਿਹਦੀ ਸੋਚ ਮਾੜੀ ਹੋ ਜਾਏ ਉਹਦਾ ਕਰਮ ਕਦੇ ਚੰਗਾ ਨਹੀਂ ਹੁੰਦਾ। ਜਿਹਦੀ ਸੋਚ ਮਾੜੀ ਹੁੰਦੀ ਆ ਨਾ,
ਉਹਨੇ ਜਿਹੜਾ ਐਕਸ਼ਨ ਕਰਨਾ, ਉਹਨੇ ਜਿਹੜਾ ਕਰਮ ਕਰਨਾ, ਉਹ ਕਦੇ ਚੰਗਾ ਨਹੀਂ ਹੋਇਆ ਕਰਦਾ, ਉਹ ਹਮੇਸ਼ਾ ਮਾੜਾ ਹੁੰਦਾ ਵਾ। ਹੁਣ ਅੱਗੋਂ ਵੇਖੋ, ਆਪ ਜੀ ਕਹਿਣ ਲੱਗੇ, ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਗੁਣ ਤੇ ਪ੍ਰੀਤ ਬੜੀ ਅਨਭਾਂਤੀ। ਪ੍ਰੀਤ ਜਿਹੜੀ ਹੈਗੀ ਸੀ ਨਾ, ਮਨ ਦਾ ਝੁਕਾਅ ਸੀ, ਜਿਹੜਾ ਮਨ ਦੀ ਬਿਰਤੀ ਸੀ, ਉਹ ਕੀ ਹੋ ਗਿਆ, ਉਹਨੂੰ ਗੁਣ ਤੇ ਬੜੀ ਅਨਭਾਂਤੀ, ਉਹ ਗੁਣਾਂ ਵਾਲੇ ਪਾਸਿਓਂ ਅਨਭਾਂਤੀ। ਅਨ ਮਤਲਬ ਹੋਰ, ਹੋਰ ਭਾਂਤ ਦੀ ਹੋ ਗਈ। ਹੋਰ ਭਾਂਤ ਦੀ ਮਤਲਬ ਔਗਣਾ ਵਾਲੀ ਹੋ ਗਈ। ਮਨ ਦੀ ਜਿਹੜੀ ਪ੍ਰੀਤ ਆ, ਮਨ ਦਾ ਖਿਆਲ, ਮਨ ਦੀ ਸੋਚ ਗੁਣਾਂ ਵਾਲੇ ਪਾਸਿਓਂ ਹਟ ਕੇ ਔਗਣਾ ਵਾਲੇ ਪਾਸੇ ਨੂੰ ਲੱਗ ਗਈ। ਹੁਣ ਇਹ ਬੁਰਾ ਸੋਚਣ ਲੱਗ ਪਿਆ, ਬੁਰਾ ਕਰਨ ਲੱਗ ਪਿਆ, ਜਦ ਕਿ ਸ਼ੁਰੂ ਤੋਂ ਇਦਾਂ ਦਾ ਨਹੀਂ ਸੀ। ਕੋਈ ਵੀ ਮਨੁੱਖ, ਕਿਸੇ ਵੀ ਧਰਮ, ਕਿਸੇ ਵੀ ਇਲਾਕੇ ਦਾ ਰਹਿਣ ਵਾਲਾ, ਬੋਲੀ ਬੋਲਣ ਵਾਲਾ, ਉਹ ਜਨਮ ਤੋਂ ਬੁਰਾ ਨਹੀਂ ਹੁੰਦਾ। ਚੇਤਾ ਰੱਖਿਓ, ਆਪਾਂ ਮਨੁੱਖ ਦੀ ਗੱਲ ਕਰ ਰਹੇ ਹਾਂ। ਉਹਦੇ ਹਾਲਾਤ ਉੱਦਾਂ ਦੇ ਬਣ ਜਾਂਦੇ ਨੇ। ਹਾਲਾਤਾਂ ਦੀ ਘੁੰਮਣ ਘੇਰੀ 'ਚ ਫਸਿਆ, ਸੰਗਤ ਜਿਹੋ ਜਿਹੀ ਹੁੰਦੀ ਆ, ਜੋ ਜੈਸੀ ਸੰਗਤ ਰਲੈ ਸੋ ਤੈਸੋ ਫਲ ਖਾਇ, ਉੱਦਾਂ ਦਾ ਬਣਦਾ ਜਾਂਦਾ ਮਨੁੱਖ। ਤੇ ਇਹ ਜਿਹੜੀ ਆਪਣੇ ਅੰਦਰ ਦੀ ਸਮਝ ਹੈ, ਇਹ ਕੰਮ ਕਰਨੋਂ ਹਟ ਜਾਂਦੀ ਆ। ਆ ਮਨ ਹੈ ਨਾ ਜਿਹੜਾ, ਕੱਲ ਆਪਾਂ ਇਹਦੇ ਉੱਪਰ ਲੰਮੀ ਚੌੜੀ ਗੱਲਬਾਤ ਕੀਤੀ ਸੀ, ਇਹ ਕੰਮ ਕਰਨੋਂ ਹਟ ਜਾਂਦਾ। ਮਨ ਕੀ ਮੱਤ, ਮਨ ਜਦੋਂ ਆਪਣਾ ਕੰਮ, ਆਪਣੀ ਫੰਕਸ਼ਨਿੰਗ ਛੱਡ ਜਾਂਦਾ, ਫਿਰ ਇਹ ਪ੍ਰੋਸੈਸ ਨਹੀਂ ਕਰਦਾ ਬਾਹਰਲੀ ਗੱਲ ਨੂੰ ਸੁਣ ਕੇ, ਸਮਝ ਕੇ ਵੀ ਜੋ ਇਹ ਚੱਲ ਰਿਹਾ, ਜਿਹਨਾਂ ਲੋਕਾਂ 'ਚ ਮੈਂ ਬੈਠਾ, ਜਿਹੜੀ ਇਹ ਗੱਲ ਕਰ ਰਹੇ ਨੇ, ਮੇਰੇ ਕੰਮ ਦੀ ਆ, ਕਿ ਸੱਚਮੁੱਚ ਮੈਨੂੰ ਇੱਦਾਂ ਸੋਚਣਾ ਚਾਹੀਦਾ ਜਿੱਦਾਂ ਇਹ ਕਰ ਰਹੇ ਨੇ। ਆਪਣੀ ਪ੍ਰੋਸੈਸਿੰਗ, ਇਹਦੀ ਇੰਟਰਨਲ ਪ੍ਰੋਸੈਸਿੰਗ ਹੈ ਜਿਹੜੀ ਆਪਣੀ ਸੋਚ ਆ, ਉਹ ਖਤਮ ਹੋ ਜਾਂਦੀ ਹੈ। ਉਹਦੇ ਖਤਮ ਹੋਇਆ ਕੀ ਹੁੰਦਾ, ਬਾਹਰਲੇ ਖਿਆਲਾਂ ਤੋਂ ਪ੍ਰਭਾਵਿਤ ਹੋ ਕੇ ਬੁਰਾ ਸੋਚਣ ਲੱਗ ਜਾਂਦਾ, ਫਿਰ ਆਪਣੇ ਗੁਣ ਛੱਡ ਕੇ ਔਗਣ ਕਮਾਉਣ ਲੱਗ ਜਾਂਦਾ ਬੁਰੀ ਸੰਗਤ ਵਿੱਚੋਂ। ਮਹਾਰਾਜ ਅੱਗੋਂ ਕਹਿਣ ਲੱਗੇ, ਜੁਗਤ ਜਾਨ, ਵੇਖੋ ਕਿੱਡਾ ਫਲਸਫਾ ਆ, ਮਤਲਬ ਏਡੀ ਵੱਡੀ ਬ੍ਰਹਮ ਗਿਆਨ ਦੀ ਗੱਲ ਆਮ ਬੰਦਾ ਸੋਚਦਾ ਕਿਤੇ? ਆਪਣੀ ਕਿਰਤ ਕਰਨ ਵਾਲਾ। ਤੇ ਬਾਬਾ ਧੰਨਾ ਜੀ ਦੀ ਅਵਸਥਾ ਵੇਖੋ ਕਿੱਡੀ ਉੱਚੀ ਹੈ ਪਿਆਰਿਓ, ਕਿੱਡੀ ਉੱਚੀ ਅਵਸਥਾ ਉਹਨਾਂ ਦੀ। ਜਿੱਡੇ ਉੱਚੇ ਖਿਆਲ ਉਹਨਾਂ ਨੇ ਆਪਣੀ ਕਿਰਤ ਕਮਾਈ ਕਰਦਿਆਂ, ਹਲ ਵਾਹੁੰਦਿਆਂ, ਕਿਰਸਾਣੀ ਕਰਦਿਆਂ ਸਾਨੂੰ ਦਿੱਤੇ। ਸਾਨੂੰ ਐਪਰੀਸ਼ੀਏਟ ਕਰ ਰਹੇ ਨੇ ਉਹ, ਸਾਨੂੰ ਇਸ ਤਰੀਕੇ ਨਾਲ ਐਨਕਰੇਜ ਕਰ ਰਹੇ ਨੇ ਉਹ, ਕਿ ਭਾਈ ਤੁਸੀਂ ਵੀ ਆਪਣਾ ਕਿਰਤਕਾਰ ਕਰਦੇ, ਆਪਣੇ ਖਿਆਲ, ਆਪਣੀ ਸੋਚ ਨੂੰ ਇੰਨੇ ਉੱਚੇ ਪੱਧਰ ਤੇ ਲੈ ਕੇ ਜਾਓ, ਨੇਕ ਪਾਸੇ ਲੈ ਕੇ ਜਾਓ, ਚੰਗੇ ਪਾਸੇ ਲੈ ਕੇ ਜਾਓ। ਆਪ ਜੀ ਕਹਿਣ ਲੱਗੇ, ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਜੁਗਤ ਜਾਨ, ਜੁਗਤੀ ਨਹੀਂ ਜਾਣੀ, ਮੈਥਡ ਤਰੀਕਾ ਨਹੀਂ ਜਾਣਿਆ ਜੀਵਨ ਜਿਉਣ ਦਾ, ਜਿਹੜਾ ਵਧੀਆ ਤਰੀਕਾ ਸੀ ਨਾ, ਉਹ ਨਹੀਂ ਜਾਣਿਆ। ਹਿਰਦੈ ਨਿਵਾਸੀ, ਆਪਣੇ ਮਨ ਦੇ ਅੰਦਰ ਚੰਗੀ ਜੁਗਤ, ਜੀਵਨ ਜਿਉਣ ਦਾ ਚੰਗਾ ਤਰੀਕਾ ਨਹੀਂ ਅਪਣਾਇਆ। ਜਲਤ ਜਾਲ ਜਮ ਫੰਦ ਪਰੇ। ਜਲਤ ਦਾ ਅਰਥ ਹੈ ਜੀ ਸੜਦਿਆਂ। ਇਹ ਕਿਰਦੰਤ ਰੂਪ ਦਾ ਸ਼ਬਦ ਹੈ। ਇੱਕ ਕਿਰਿਆ ਹੁੰਦੀ ਆ, ਇੱਕ ਕਿਰਦੰਤ ਹੁੰਦਾ। ਥੋੜਾ ਜਿਹਾ ਇਹਨਾਂ 'ਚ ਫਰਕ ਹੁੰਦਾ। ਇੱਕ ਤਾਂ ਵਰਬ ਹੁੰਦੀ, ਜਿਹਦੇ ਵਿੱਚੋਂ ਸਾਨੂੰ ਕੰਮ ਕਰਨ ਦਾ ਜਿਹੜਾ ਤਰੀਕਾ ਆ, ਸਮਾਂ ਆ, ਕਾਲ ਆ, ਉਹ ਦੱਸਿਆ ਜਾਂਦਾ। ਇੱਕ ਕਿਰਦੰਤ ਹੁੰਦਾ। ਕਿਰਦੰਤ ਮੂਲ ਰੂਪ ਦੇ ਵਿੱਚ ਤੇ ਕਿਰਿਆ ਹੀ ਹੁੰਦੀ ਆ, ਪਰ ਉਹਨੂੰ ਕਰਤੇ ਰੂਪ ਦੇ ਵਿੱਚ ਵਰਤ ਲਿਆ ਜਾਂਦਾ ਵਾ। ਜਿਵੇਂ ਇੱਕ ਤੇ ਆਪਾਂ ਕਹਿ ਰਹੇ ਹਾਂ ਖਾਣਾ ਖਾ ਰਿਹਾ ਹੈ, ਇੱਕ ਸਿੱਧਾ ਹੀ ਕਹਿ ਦਿੱਤਾ ਖਾਂਦਾ ਹੈ। ਹੁਣ ਜਿਹੜਾ ਖਾਂਦਾ ਸ਼ਬਦ ਆ, ਹੈ ਤੇ ਉਹ ਕਿਰਿਆ 'ਚੋਂ ਆਇਆ ਵਾ, ਪਰ ਕੰਮ ਉਹ ਕਰ ਰਿਹਾ ਕਰਤੇ ਦਾ, ਸਬਜੈਕਟ ਦਾ ਕੰਮ ਉਹ ਕਰਦਾ ਪਿਆ ਵਾ। ਉਹ ਉੱਦਾਂ ਨਾ ਜਲਤ ਸ਼ਬਦ ਆ ਜਿਹੜਾ ਇੱਥੇ ਗੁਰਬਾਣੀ 'ਚ ਸ਼ਬਦ ਬੜੇ ਵਰਤੇ ਗਏ ਨੇ ਕਿਰਦੰਤ ਰੂਪ ਦੇ। ਇਹਨਾਂ ਨੂੰ ਵਰਤਮਾਨ ਪ੍ਰੈਜ਼ੈਂਟ ਕਾਲ ਦਾ ਵੀ ਵਰਤਿਆ ਗਿਆ, ਪਾਸਟ ਫਿਊਚਰ ਦੇ ਰੂਪ 'ਚ ਵੀ ਵਰਤਿਆ ਗਿਆ। ਹੁਣ ਇੱਥੇ ਪ੍ਰੈਜ਼ੈਂਟ ਟੈਂਸ ਦਾ ਵਾ ਜਲਤ। ਜਲਤ ਦਾ ਮਤਲਬ ਸੜਦਾ ਹੋਇਆ, ਜਲਦਾ ਹੋਇਆ, ਸੜਦਾ ਹੋਇਆ। ਬਾਬਾ ਜੀ ਕਹਿਣ ਲੱਗੇ, ਜਲਤ ਜਾਲ ਜਮ ਫੰਦ ਪਰੇ। ਸੜਦੇ ਹੋਏ ਦੇ ਮਤਲਬ ਕਾਮ ਦੇ ਵਿੱਚ ਸੜਦੇ ਹੋਏ ਦੇ, ਲਾਲਚ ਵਿੱਚ ਸੜਦੇ ਹੋਏ ਦੇ। ਇੱਕ ਤੇ ਸੜ ਰਿਹਾ ਹੈ ਨਾ, ਤੇ ਹੁਣ ਬਚਾ ਲਈ ਦੌੜ ਵੀ ਨਹੀਂ ਸਕਦਾ। ਉੱਪਰੋਂ ਕੀ ਹੋਇਆ ਜੀ, ਜਾਲ 'ਚ ਫਸ ਗਿਆ। ਇੱਕ ਤੇ ਅੱਗ ਲੱਗੀ ਸੀ, ਸੜ ਰਿਹਾ ਸੀ, ਉੱਪਰੋਂ ਜਾਲ ਵਿੱਚ ਫਸ ਗਿਆ, ਸੜਦਾ ਸੜਦਾ ਫਸ ਗਿਆ। ਜਮ ਫੰਦ ਪਰੇ। ਕਹਿੰਦੇ ਇਹ ਜਿਹੜੇ ਔਗਣ ਨੇ ਨਾ ਪਿਆਰਿਓ, ਅਗਿਆਨਤਾ ਆ, ਇਹ ਏਡੀ ਭਿਆਨਕ ਆ। ਜਦੋਂ ਇੱਕ ਵਾਰੀ ਅੰਤਰਾਤਮੇ ਨੂੰ ਸਾੜ ਦਿੰਦੀ ਆ, ਫਿਰ ਮਨ ਦਾ, ਸੁਰਤ ਦਾ ਆਪਣੇ ਆਪ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ। ਫਿਰ ਉੱਥੇ ਸਾਨੂੰ ਇਸ ਅਵਸਥਾ 'ਚੋਂ ਕੱਢਣ ਵਾਲਾ ਚਾਹੀਦਾ ਕੋਈ, ਤੇ ਉਹ ਕੌਣ ਹੈ ਜੀ? ਸੱਚਾ ਗੁਰੂ, ਸੱਚਾ ਸਤਿਗੁਰ। ਹੁਣ ਮਹਾਰਾਜ ਜੀ ਅੱਗੋਂ ਕਹਿਣ ਲੱਗੇ, ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ। ਬਿਖ ਫਲ ਸੰਚ ਭਰੇ ਮਨ ਐਸੇ।
ਮਨ ਦੇ ਅੰਦਰ ਇਹ ਜਿਹੜੇ ਜ਼ਹਿਰ ਰੂਪੀ ਫਲ ਸੀ ਇਸ ਤਰੀਕੇ ਨਾਲ ਭਰ ਲਏ। ਹੋਇਆ ਕਿ ਪਰਮ ਪੁਰਖ ਪ੍ਰਭ ਮਨ ਵਿਸਰੇ। ਪਰਮ ਪੁਰਖ ਮਤਲਬ ਜੋ ਸਭ ਤੋਂ ਸ੍ਰੇਸ਼ਟ ਪ੍ਰਭੂ ਹੈ, ਮਨ ਵਿਸਰੇ, ਉਹ ਮਨ ਤੋਂ ਭੁੱਲੇ ਗਿਆ, ਯਾਦ ਹੀ ਨਹੀਂ ਰਿਹਾ। ਉਹ ਆਪਾਂ ਪੜ੍ਹਦੇ ਆ ਨਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ, ਮਤਲਬ ਭੁੱਲੇ ਗਿਆ ਚੰਗਾ ਤੇ ਬੁਰੇ ਕੰਮਾਂ ਵਾਲੇ ਬਸ ਉਧਰੇ ਦੌੜਿਆ ਫਿਰਦਾ ਹੈ। ਹੁਣ ਅੱਗੋਂ ਕਹਿੰਦੇ ਨੇ, ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕ ਮਏ। ਜਿਹੜਾ ਸੱਚਾ ਗਿਆਨ ਆ ਨਾ, ਆਪਾਂ ਹੁਣੇ ਗੱਲ ਕਰਕੇ ਹਟਿਆ, ਗੁਰੂ ਤੋਂ ਮਿਲਦਾ ਵਾ। ਧੰਨਾ ਜੀ ਮਹਾਰਾਜ ਕਹਿਣ ਲੱਗੇ, ਗਿਆਨ ਪ੍ਰਵੇਸ਼ ਗੁਰੈ ਧਨ ਦੀਆ। ਗਿਆਨ ਦਾ ਪ੍ਰਵੇਸ਼ ਦੁਆਰਾ ਇਹ ਕਿੱਥੋਂ ਹੋਣਾ ਹੈ ਜੀ? ਗੁਰੈ, ਗੁਰੂ ਤੋਂ। ਗੁਰੂ ਜੀ ਨੇ ਸੱਚਾ ਗਿਆਨ ਸਾਨੂੰ ਬਖਸ਼ਣਾ ਵਾ, ਤੇ ਜਦੋਂ ਗੁਰੂ ਤੋਂ ਮਿਲਿਆ ਹੋਇਆ ਸੱਚਾ ਗਿਆਨ ਸਾਡੇ ਧਿਆਨ ਵਿੱਚ ਆ ਗਿਆ ਤੇ ਇਹਦੇ ਨਾਲ ਸ਼ਰਧਾ ਜੁੜ ਗਈ, ਤਾਂ ਫਿਰ ਮਨ ਕੀ ਹੋਏਗਾ? ਇੱਕ ਨਾਲ ਜਾ ਜੁੜੇਗਾ। ਫਿਰ ਤੋਂ ਆਪਾਂ ਤੁਕ ਸੁਣੋ, ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕਮਏ। ਗੁਰੂ ਤੋਂ ਮਿਲਿਆ ਹੋਇਆ ਗਿਆਨ ਜਦੋਂ ਸਾਡੇ ਮਨ ਵਿੱਚ ਪ੍ਰਵੇਸ਼ ਕਰ ਗਿਆ, ਧਿਆਨ ਮਾਨ, ਫਿਰ ਜਦੋਂ ਧਿਆਨ ਗੁਰੂ ਦੇ ਗਿਆਨ ਨਾਲ ਜੁੜ ਗਿਆ, ਜਦੋਂ ਸ਼ਰਧਾ, ਮਾਨ ਦਾ ਅਰਥ ਸ਼ਰਧਾ, ਜਦੋਂ ਸ਼ਰਧਾ ਗੁਰੂ ਦੇ ਗਿਆਨ ਨਾਲ ਜੁੜ ਗਈ, ਫਿਰ ਮਨ ਇੱਕ ਨਾਲ ਜੁੜ ਜਾਏਗਾ। ਪ੍ਰੇਮ ਭਗਤ ਮਾਨੀ ਸੁਖ ਜਾਣਿਆ। ਫਿਰ ਗੁਰੂ ਤੋਂ ਮਿਲੇ ਹੋਏ ਗਿਆਨ ਦੇ ਵਿੱਚੋਂ ਪੈਦਾ ਹੋਈ ਸਮਝ ਤੇ ਉਸ ਸਮਝ ਨਾਲ ਬਣਿਆ ਹੋਇਆ ਪਿਆਰ, ਉਹਦੇ ਰਾਹੀਂ ਕੀ ਹੋਏਗਾ ਜੀ? ਪ੍ਰੇਮ ਭਗਤ ਜਾਨੀ ਮਾਨੀ ਸੁਖ ਜਾਣਿਆ। ਪ੍ਰੇਮਾ ਭਗਤੀ ਮਨ ਵਿੱਚ ਪੈਦਾ ਹੋ ਜਾਏਗੀ, ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਏਗੀ, ਤ੍ਰਿਪਤ ਅਗਾਨੇ ਮੁਕਤ ਭਏ, ਤ੍ਰਿਪਤੀ ਮਿਲ ਜਾਏਗੀ। ਪਹਿਲਾਂ ਲਾਲਚ ਸੀ, ਲੋਭ ਸੀ, ਮਨ ਭੁੱਖਾ ਕੂਕਦਾ ਸੀ। ਹੁਣ ਗੁਰੂ ਤੋਂ ਮਿਲੀ ਹੋਈ ਸਮਝ ਦੇ ਨਾਲ ਮਨ ਸੰਤੋਖ ਦੇ ਘਰ ਵਿੱਚ ਆ ਜਾਏਗਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆ, ਤ੍ਰਿਸ਼ਨਾ ਬੂਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ। ਗੁਰੂ ਦੇ ਬਚਨਾਂ ਰਾਹੀਂ ਸੰਤੋਖ। ਅੰਤਲਾ ਪਦਾ ਆਪ ਜੀ ਕਹਿਣ ਲੱਗੇ, ਜੋਤ ਸਮਾਏ ਸਮਾਨੀ ਜਾ ਕੇ। ਜਿਸ ਦੇ ਮਨ ਦੇ ਅੰਦਰ ਭਾਈ ਪਰਮ ਪੁਰਖ ਦੀ ਜੋਤ ਸਮਾ ਗਈ, ਅਛੱਲੀ ਪ੍ਰਭ ਪਹਿਚਾਨਿਆ, ਉਸਨੇ ਨਾ ਛਲਿਆ ਜਾਣ ਵਾਲਾ ਪ੍ਰਭੂ ਉਸਨੂੰ ਪਹਿਚਾਨ ਲਿਆ। ਧੰਨੈ ਧਨ ਪਾਇਆ ਧਰਣੀ ਧਰ। ਧੰਨੇ ਨੇ ਧਰਤੀ ਦਾ ਆਸਰਾ ਰੱਬ, ਉਹਦੀ ਪ੍ਰਾਪਤੀ ਕਰ ਲਈ। ਕਿੱਥੋਂ ਕੀਤੀ? ਮਿਲ ਜਨ ਸੰਤ। ਜਿਹੜੇ ਸੰਤ ਜਨ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਮਿਲ ਕੇ ਸਮਾਨਿਆ, ਪਰਮੇਸ਼ਰ ਦੇ ਵਿੱਚ ਹੀ ਸਮਾ ਗਿਆ, ਉਸੇ ਦਾ ਹੀ ਰੂਪ ਹੋ ਗਿਆ। ਸੋ ਇਉਂ ਅੱਜ ਦੇ ਪਾਵਨ ਸ਼ਬਦ ਦੇ ਅੰਦਰੋਂ ਕਿਰਪਾਲਤਾ ਦੇ ਘਰ ਵਿੱਚ ਆ ਕੇ ਬਾਬਾ ਧੰਨਾ ਜੀ ਮਹਾਰਾਜ ਨੇ ਉੱਤਮ ਵਿਚਾਰ ਸਾਨੂੰ ਦ੍ਰਿੜ ਕਰਵਾਈ ਹੈ। ਯਤਨ ਕਰੀਏ ਇਸ ਉੱਤਮ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਤਾ ਵਾਲੇ ਪਾਸੇ ਨੂੰ ਮੋੜੀਏ। ਇੰਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ। ਭੁੱਲਾਂ ਲਈ ਖਿਮਾ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।